ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਸਥਾਨ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਜੋ ਪਵਿੱਤਰ ਸਥਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੰਗਤਾਂ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਹਨ। ਸ੍ਰੀ ਵਾਹਿਗੁਰੂ ਸ੍ਰੀ ਬਾਣੀ ਭਗਤ ਕਬੀਰ ਬਿਨ ਪ੍ਰਭ ਕਰਮੰ ਸਭ ਧਰਮੰ ਲਾਗਤ ਨਹੀਂ ਤੰਤਰੰ ਗੁਰਤ ਨ ਮੰਤਰੰ ਚਲਤ ਨ ਜੰਤਰੰ ਬਿਨ ਮਰੰ। ਮਾਤਾ ਗੁਜਰੀ ਦਾ ਉਹ ਪੁਰਾਤਨ ਖੂਹ ਪਟਨਾ ਸ਼ਹਿਰ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ 24 ਘੰਟੇ ਗੁਰੂ ਕਾ ਲੰਗਰ, ਰਹਿਣ ਲਈ ਸਰਾਵਾਂ ਦਾ, ਕਮਰਿਆਂ ਦਾ ਇੰਤਜ਼ਾਮ, ਜੋ ਨੇੜੇ ਦੇ ਗੁਰਦੁਆਰਾ ਸਾਹਿਬ ਨੇ, ਇਤਿਹਾਸਕ ਗੁਰਦੁਆਰਾ ਸਾਹਿਬ, ਉਹਨਾਂ ਦੇ ਦਰਸ਼ਨ ਕਰਵਾਉਣ ਲਈ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਦੀਆਂ ਬੱਸਾਂ ਰਾਹੀਂ ਸੰਗਤਾਂ ਨੂੰ ਉਹਨਾਂ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ, ਜੋ ਗੁਰਦੁਆਰਾ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਲਗਭਗ ਕੋਈ 2 ਕਿਲੋਮੀਟਰ ਦੀ ਦੂਰੀ ਤੇ ਹੈ, ਕੋਈ 10 ਕਿਲੋਮੀਟਰ ਦੀ ਦੂਰੀ ਤੇ ਹੈ, ਕੋਈ 100 ਕਿਲੋਮੀਟਰ ਦੀ ਦੂਰੀ ਤੇ ਹੈ। ਉਹਨਾਂ ਦੇ ਦਰਸ਼ਨ ਸੰਗਤਾਂ ਨੂੰ ਇਹਨਾਂ ਬੱਸਾਂ ਰਾਹੀਂ ਕਰਵਾਏ ਜਾਂਦੇ ਹਨ। ਇਹਨਾਂ ਸੰਗਤਾਂ ਨੂੰ ਬੱਸ ਇਹਨਾਂ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਵਾਉਣ ਲਿਜਾ ਰਹੀ ਹੈ। ਗੁਰਦੁਆਰਾ ਸੰਗਤ ਸ੍ਰੀ ਸਨਾਰ ਟੋਲੀ ਸਾਹਿਬ, ਉੱਥੇ ਪਹੁੰਚੀ ਹੈ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਹੈ। ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੰਗਤ ਸਨਾਰ ਟੋਲੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਆਪਣੇ ਚਰਨ ਪਾਏ। ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਦੇਸ਼ ਦੀ ਯਾਤਰਾ ਕਰਦੇ ਸਮੇਂ ਪਟਨੇ ਸ਼ਹਿਰ ਤੋਂ ਬਾਹਰ ਗੁਰਦੁਆਰਾ ਗਊ ਘਾਟ ਸਾਹਿਬ ਆਪਣੇ ਆਸਣ ਲਾਏ ਭਗਤ ਜੈਤਾ ਮਨ ਜੀ ਨੂੰ ਦਰਸ਼ਨ ਦਿੱਤੇ। ਮਰਦਾਨਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਸਾਹਿਬ ਜੀਓ, ਸਾਨੂੰ ਕੁਝ ਛਕਣ ਵਾਸਤੇ ਦਿਓ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਚਰਨ ਕਮਲ ਦੇ ਖੜਾਮ ਰੇਤ ਵਿੱਚ ਮਾਰ ਕਰਕੇ ਕਲਾਲ ਕੰਡੇ ਤੇ ਮਰਦਾਨਾ ਜੀ ਨੂੰ ਆਖਣ ਲੱਗੇ, ਭਾਈ ਇਸ ਨੂੰ ਲੈ ਜਾ ਕੇ ਬਾਜ਼ਾਰੀ ਵੇਚ ਕਰਕੇ ਆਪਣੇ ਭੁੱਖ ਮਿਟਾਓ। ਮਰਦਾਨਾ ਜੀ ਉਹ ਲਾਲ ਲੈ ਕਰਕੇ ਜਦ ਇਸ ਸੁਨਿਆਰੇ ਦੀ ਟੋਲੀ ਦੇ ਵਿੱਚ ਆਏ
ਤੇ ਮੁਰਲੀਧਰ ਸੁਨਿਆਰੇ ਦਾ ਘਰ ਤੇ ਦੁਕਾਨ ਹੋਇਆ ਕਰਦਾ ਸੀ। ਮਰਦਾਨਾ ਜੀ ਮੁਰਲੀਧਰ ਦੇ ਦੁਕਾਨ ਤੇ ਆਏ, ਉਹ ਲਾਲ ਵਿਖਾਇਆ, ਕਿਹਾ ਭਾਈ ਨੂੰ ਵੇਚਣਾ ਹੈ। ਮੁਰਲੀਧਰ ਹੱਥ ਵਿੱਚ ਲੈ ਕਰਕੇ ਜਦੋਂ ਦਰਸ਼ਨ ਕੀਤਾ, ਚੰਗੀ ਤਰ੍ਹਾਂ ਵੇਖਿਆ ਤਾਂ ਕਿਹਾ ਭਾਈ ਇਹ ਤਾਂ ਬੇਸ਼ੁਮਾਰ ਕੀਮਤੀ ਲਾਲ ਹਨ, ਅਸਾਂ ਕੋਲ ਇਸ ਦੇ ਆਪ ਜੀ ਨੂੰ ਮੁੱਲ ਨਹੀਂ ਦੇ ਸਕਦੇ ਹਾਂ। ਆਪ ਦੀ ਸਾਲ ਸਰਾਏ ਜੋਹਰੀ ਦੇ ਘਰ ਚੱਲੋ, ਸ਼ਾਇਦ ਇਸ ਦੇ ਮੁੱਲ ਦੇ ਦੇਣ। ਜਦੋਂ ਸਾਲ ਸਰਾਏ ਜੋਹਰੀ ਦੇ ਘਰ ਗਏ, ਜਿੱਥੇ ਕਿ 10ਵੇਂ ਗੁਰੂ ਨਾਨਕ 10ਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ। ਇਹ ਸਾਲਸ ਸਰਾਏ ਜੋਹਰੀ ਦਾ ਘਰ ਤਾਂ ਹਵੇਲੀ ਹੋਇਆ ਕਰਦਾ ਸੀ। ਮਰਦਾਨਾ ਦੀ ਸਾਲਸ ਸਰਾਏ ਜੋਹਰੀ ਦੇ ਘਰ ਗਏ, ਜਦੋਂ ਲਾਲ ਵਿਖਾਇਆ, ਵੇਖਦੇ ਸਾਰੇ ਆਪਣੇ ਖਜ਼ਾਨੇ ਦੇ ਵਿੱਚੋਂ 101 ਰੁਪਈਆ ਮੰਗਵਾਏ ਤੇ ਮਰਦਾਨਾ ਜੀ ਨੂੰ ਆਖਣ ਲੱਗੇ, ਭਾਈ ਆਪ ਜੀ ਨੇ ਬੇਸ਼ੁਮਾਰ ਕੀਮਤੀ ਲਾਲ ਦਾ ਦਰਸ਼ਨ ਕਰਾਇਆ। ਮਰਦਾਨਾ ਜੀ ਆਖਣ ਲੱਗੇ, ਆਪ ਨਿਰੰਕਾਰ ਪੁਰਖ ਪਰਮੇਸ਼ਵਰ ਤਿੰਨਾਂ ਲੋਕਾਂ ਦਾ ਮਾਲਕ ਸਾਹਿਬ ਹੋ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਵਾਰ ਦਿਸੰਬਰਪੁਰ ਗਊ ਕਾੜ ਬੈਠੇ। ਮਰਦਾਨਾ ਜੀ ਦੇ ਮੁਖੋਂ ਸੁਣ ਕਰਕੇ ਸਾਲ ਸਰਾਏ ਜੋੜੀ ਆਖਣ ਲੱਗੇ, ਭਾਈ ਇਹ ਲਾਲ ਪੈਸੇ ਦੋਨੋਂ ਗੁਰੂ ਕਰਨਾ ਤੇ ਜਾ ਕੇ ਭੇਟਾ ਕਰ ਦੋ, ਵਾਪਸ ਮੋਦਾ ਸਾਹਿਬ ਜੀ ਦੇ ਮਗਰ ਹੀ ਆ ਰਿਹਾ। ਇਸ ਤੋਂ ਬਾਅਦ ਸੰਗਤਾਂ ਨੂੰ ਅਗਲੇ ਪੜਾਅ ਲਈ ਬੱਸ ਦੇ ਵਿੱਚ ਬਿਠਾਇਆ ਜਾਂਦਾ ਹੈ। ਇਹ ਗੁਰਦੁਆਰਾ ਸਾਹਿਬ ਪਟਨਾ ਸ਼ਹਿਰ ਦੇ ਵਿੱਚ ਹੀ ਸਥਿਤ ਹਨ। ਸੰਗਤਾਂ ਆਰਾਮ ਦੇ ਨਾਲ ਦਰਸ਼ਨ ਕਰਕੇ ਗੁਰਦੁਆਰਾ ਸ੍ਰੀ ਗਊ ਘਾਟ ਸਾਹਿਬ, ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗਊ ਘਾਟ ਸਾਹਿਬ, ਸੰਗਤਾਂ ਉੱਥੇ ਪਹੁੰਚੀਆਂ ਹਨ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਘਾਟ ਮੌਜੂਦ ਹੈ ਜਿੱਥੇ ਭਗਤ ਜੀਤਾ ਮੱਲ ਨੂੰ ਗੰਗਾ ਗਊ ਦਾ ਰੂਪ ਧਾਰਨ ਕਰਕੇ ਇਸ਼ਨਾਨ ਕਰਾਉਣ ਆਇਆ ਕਰਦੀ ਸੀ। ਉਹ ਰੁੱਖ ਮੌਜੂਦ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ। ਇਹ ਉਹ ਤਾਕੀ ਸਾਹਿਬ ਜਿਸ ਰਸਤੇ ਵਿੱਚ ਦੀ ਸੰਗਤਾਂ ਦੇ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅੰਦਰ ਪ੍ਰਵੇਸ਼ ਹੋਏ ਸੀ। ਮਾਤਾ ਗੁਜਰੀ ਜੀ ਦੀ ਉਹ ਪੁਰਾਤਨ ਚੱਕੀ ਮੌਜੂਦ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ। ਸੰਗਤਾਂ ਜਦੋਂ ਵੀ ਸ਼੍ਰੀ ਪਟਨਾ ਸਾਹਿਬ ਆਉਂਦੀਆਂ ਹਨ ਤੇ ਗੁਰਦੁਆਰਾ ਸ਼੍ਰੀ ਗਊ ਘਾਟ ਸਾਹਿਬ ਇਸ ਦੇ ਦਰਸ਼ਨਾਂ ਵਾਸਤੇ ਜ਼ਰੂਰ ਆਉਂਦੀਆਂ ਹਨ। ਇੱਥੇ ਸੰਗਤਾਂ ਦੇ ਵਾਸਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਚਾਹ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਸੰਗਤਾਂ ਪੰਗਤਾਂ ਦੇ ਵਿੱਚ ਬੈਠ ਕੇ ਚਾਹ ਛਕਦੀਆਂ ਹਨ। ਇਸ ਤੋਂ ਬਾਅਦ ਸੰਗਤਾਂ ਨੂੰ ਫਿਰ ਉਸੇ ਬੱਸ ਦੇ ਵਿੱਚ ਬਿਠਾਇਆ ਜਾਂਦਾ ਹੈ ਤੇ ਅਗਲੇ ਪੜਾਅ ਦੇ ਵੱਲ ਲਿਜਾਇਆ ਜਾਂਦਾ ਹੈ। ਸੰਗਤਾਂ ਨਾਮ ਸਿਮਰਨ ਕਰਦੀਆਂ ਅਗਲੇ ਪੜਾਅ ਵੱਲ ਪਹੁੰਚਦੀਆਂ ਹਨ। ਇਹ ਗੁਰਦੁਆਰਾ ਸਾਹਿਬ ਪਟਨਾ ਸ਼ਹਿਰ ਦੇ ਵਿੱਚ ਸਥਿਤ ਹਨ। ਗੁਰਦੁਆਰਾ ਸ਼੍ਰੀ ਹਾਂਡੀ ਸਾਹਿਬ ਜੋ ਗੰਗਾ ਨਦੀ ਦੇ ਕਿਨਾਰੇ ਹੈ। ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨਾ ਸਾਹਿਬ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਣ ਲੱਗੇ ਤਾਂ ਇਸ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਤੇ
ਇੱਕ ਰਾਤ ਰੁਕੇ ਸੀ। ਇੱਥੇ ਇੱਕ ਮਾਈ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸੰਗਤਾਂ ਨੂੰ ਲੰਗਰ ਛਕਾਇਆ ਜਾਵੇ, ਅਤੇ ਮਾਈ ਕਹਿਣ ਲੱਗੀ ਮੇਰੇ ਕੋਲੇ ਤਾਂ ਇੱਕ ਹਾਂਡੀ ਹੈ, ਇਸ ਦੇ ਵਿੱਚ ਥੋੜ੍ਹੀ ਜਿਹੀ ਖਿਚੜੀ ਹੈ। ਅਤੇ ਜਦੋਂ ਉਹ ਖਿਚੜੀ ਵਰਤਾਈ ਗਈ ਅਤੇ ਪੂਰੀ ਸੰਗਤ ਨੂੰ ਵਰਤਾਉਣ ਤੋਂ ਬਾਅਦ ਵੀ ਹਾਂਡੀ ਦੇ ਵਿੱਚ ਖਿਚੜੀ ਪਈ ਸੀ। ਅਤੇ ਇੱਥੇ ਅੱਜ ਵੀ ਸੰਗਤਾਂ ਦੇ ਲਈ ਖਿਚੜੀ ਦਾ ਪ੍ਰਸ਼ਾਦ ਛਕਾਇਆ। ਬਹੁਤ ਹੀ ਰਮਣੀਕ ਜਗ੍ਹਾ 'ਤੇ ਗੰਗਾ ਨਦੀ ਦੇ ਕਿਨਾਰੇ 'ਤੇ ਬਣਿਆ ਗੁਰਦੁਆਰਾ ਸ਼੍ਰੀ ਹਾਂਡੀ ਸਾਹਿਬ ਤੋਂ ਚੱਲ ਕੇ ਸੰਗਤਾਂ ਉਸੇ ਬੱਸ ਰਾਹੀਂ ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਉਸ ਲਈ ਰਵਾਨਾ ਹੁੰਦੀਆਂ ਹਨ ਅਤੇ ਗੁਰੂ ਦਾ ਜਾਪ ਕਰਦੀਆਂ ਆਪਣੇ ਅਗਲੇ ਪੜਾਅ ਵੱਲ ਪਹੁੰਚਦੀਆਂ ਹਨ। ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ, ਜਿੱਥੇ ਕਿਸੇ ਸਮੇਂ ਇੱਕ ਸੁੱਕਿਆ ਬਗੀਚਾ ਹੋਇਆ ਕਰਦਾ ਸੀ। ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਜਗ੍ਹਾ 'ਤੇ ਆਏ ਤਾਂ ਇਹ ਬਗੀਚਾ ਹਰਿਆ ਭਰਿਆ ਹੋ ਗਿਆ। ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗੁਰੂ ਕਾ ਬਾਗ ਹੈ, ਜਿੱਥੇ ਗੁਰੂ ਮਹਾਰਾਜ ਨੇ ਦਾਤਨ ਕਰਕੇ ਸੁੱਟਿਆ ਸੀ। ਉਸ ਜਗ੍ਹਾ 'ਤੇ ਅੱਜ ਨੀਮ ਦਾ ਪੇੜ ਹੈ, ਨਿੰਮ ਦਾ ਦਰਖਤ ਹੈ, ਜਿਸ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਰਾਜਗੀਰ ਵਿੱਚ ਸਥਿਤ ਹੈ, ਤਖਤ ਸ੍ਰੀ ਪਟਨਾ ਸਾਹਿਬ ਤੋਂ AC ਬੱਸਾਂ ਦੇ ਰਾਹੀਂ ਗੁਰਦੁਆਰਾ ਸ਼ੀਤਲਕੁੰਡ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰਾਜਗੀਰ ਵਿਖੇ ਲਿਜਾਣ ਲਈ ਬੜਾ ਵਧੀਆ ਸੁਚੱਜਾ ਪ੍ਰਬੰਧ ਕੀਤਾ ਗਿਆ, ਜੋ AC ਬੱਸਾਂ ਦੇ ਰਾਹੀਂ ਸੰਗਤਾਂ ਨੂੰ ਗੁਰਦੁਆਰਾ ਸ਼੍ਰੀ ਰਾਜਗੀਰ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ। ਇਹ ਗੁਰਦੁਆਰਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸੁਬਾਹ 8 ਵਜੇ AC ਬੱਸਾਂ ਦੇ ਰਾਹੀਂ ਸੰਗਤਾਂ ਨੂੰ ਇੱਥੋਂ ਰਵਾਨਾ ਕੀਤਾ ਜਾਂਦਾ ਹੈ। 3 ਘੰਟਿਆਂ ਦਾ ਰਸਤਾ ਤੈਅ ਕਰਨ ਤੋਂ ਬਾਅਦ ਸੰਗਤਾਂ बहुत बड़ा बन जा रहा है। ये रिहायश है ਦੇ ਨਾਤੇ ਬਾਕੀ ਸਾਰੀ ਜਗ੍ਹਾ ਅੱਜ ਵੀ ਗੌਰਮੈਂਟ ਦੇ ਗਾਮ ਮਸਤੇ ਕੀਤਾ ਜਿੱਦਾਂ ਆਪ ਜੀ ਇੱਥੇ ਆ ਗਏ ਦਿੱਲੀ ਪਟਨੇ ਤੇ ਵਿਤਰਾ ਕਰ ਰਿਹਾ ਸੀ ਕਿ ਉਹ
ਸ਼੍ਰੀ ਪਟਨਾ ਸਾਹਿਬ ਦੇ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਬਾਲ ਲੀਲਾ ਮੈਣੀ ਸੰਗਤ, ਜੋ ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਸਿਰਫ 5 ਮਿੰਟ ਦਾ ਰਸਤਾ ਹੈ, ਬਿਲਕੁਲ ਨਜ਼ਦੀਕ ਬਣਿਆ ਹੋਇਆ ਹੈ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਵਿੱਚ ਖੇਡਿਆ ਕਰਦੇ ਸੀ। ਮਾਤਾ ਵਸੁੰਧਰਾ ਜੀ ਦੇ ਮਹਿਲਾਂ ਵਿੱਚ ਖੇਡਣ ਜਾਇਆ ਕਰਦੇ ਸੀ ਅਤੇ ਮਾਤਾ ਵਸੁੰਧਰਾ ਜੀ ਮਨ ਵਿੱਚ ਸੋਚਿਆ ਕਰਦੇ ਸੀ ਕਿ ਇਸ ਤਰ੍ਹਾਂ ਦਾ ਇੱਕ ਪੁੱਤਰ ਮੇਰੀ ਗੋਦ ਵਿੱਚ ਵੀ ਹੋਣਾ ਚਾਹੀਦਾ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਕੁਝ ਜਾਣਦੇ ਸੀ ਅਤੇ ਇੱਕ ਦਿਨ ਮਾਤਾ ਵਸੁੰਧਰਾ ਦੀ ਗੋਦੀ ਵਿੱਚ ਬੈਠ ਕੇ ਕਹਿਣ ਲੱਗੇ ਕਿ ਮੇਰੇ ਵਰਗਾ ਤਾਂ ਸਿਰਫ ਮੈਂ ਹੀ ਹੋ ਸਕਦਾ ਹੈ, ਇਸ ਕਰਕੇ ਅੱਜ ਤੋਂ ਮੈਂ ਤੁਹਾਡਾ ਧਰਮ ਪੁੱਤਰ ਹਾਂ ਅਤੇ ਤੁਸੀਂ ਮੇਰੇ ਧਰਮ ਮਾਤਾ ਹੋ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਪਨ ਦੇ ਵਿੱਚ ਦਾਤਨ ਕਰਕੇ ਇੱਕ ਦਿਨ ਦਾਤਨ ਨੂੰ ਧਰਤੀ ਦੇ ਵਿੱਚ ਗੱਡ ਦਿੱਤਾ ਸੀ ਅਤੇ ਅੱਜ ਉਸ ਦਾਤਨ ਤੋਂ ਕਰੌਂਦੇ ਦਾ ਪੌਦਾ ਬਣਿਆ ਹੋਇਆ ਹੈ, ਜੋ ਅੱਜ ਵੀ ਦਰਬਾਰ ਸਾਹਿਬ ਦੀ ਬੈਕ ਸਾਈਡ 'ਤੇ ਦਰਬਾਰ ਸਾਹਿਬ ਦੇ ਮਗਰਲੇ ਪਾਸੇ ਜਿੱਥੇ ਸਰਾਂ ਬਣੀ ਹੋਈ ਹੈ ਉਹਦੇ ਵਿੱਚ ਮੌਜੂਦ ਹੈ। ਗੁਰੂ ਕਾ ਲੰਗਰ 24 ਘੰਟੇ ਵਰਤਾਇਆ ਜਾਂਦਾ ਹੈ। ਸੰਗਤਾਂ ਬੜੇ ਪਿਆਰ, ਬੜੀ ਸ਼ਰਧਾ ਦੇ ਨਾਲ ਸੇਵਾ ਕਰਿਆ ਕਰਦੀਆਂ ਹਨ। ਸੁਬਾਹ 5 ਵਜੇ ਲੰਗਰ ਘਰ ਦੇ ਵਿੱਚ ਬ੍ਰੈਡ ਪਕੌੜਿਆਂ ਦਾ ਲੰਗਰ ਚਾਹ ਦੇ ਨਾਲ ਛਕਾਏ ਜਾਂਦੇ ਹਨ। ਉਸ ਤੋਂ ਬਾਅਦ ਸੰਗਤਾਂ ਵਾਸਤੇ ਪਰੌਠੇ ਤਿਆਰ ਕੀਤੇ ਜਾਂਦੇ ਹਨ, ਜੋ ਸੰਗਤਾਂ ਨੂੰ ਛਕਾਏ ਜਾਂਦੇ ਹਨ ਅਤੇ ਸੰਗਤਾਂ ਦੇ ਰਹਿਣ ਵਾਸਤੇ ਰਾਜ ਮਾਤਾ ਵਸੁੰਧਰਾ ਦੇਵੀ ਜੀ ਦੇ ਨਾਮ 'ਤੇ ਬਹੁਤ ਆਲੀਸ਼ਾਨ ਸਰਾਂ, ਜਿਸ ਦੇ ਵਿੱਚ AC, ਨੌਨ AC ਬਹੁਤ ਸਾਰੇ ਜਿਹੜੇ ਕਮਰੇ ਹੈ ਉਹ ਤਿਆਰ ਕੀਤੇ ਗਏ ਹਨ। ਇੱਥੋਂ ਦੀ ਸੇਵਾ ਜਥੇਦਾਰ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹ ਕਰ ਰਹੇ ਹਨ। ਸੰਗਤਾਂ ਨੂੰ ਰੇਲਵੇ ਸਟੇਸ਼ਨ ਤੋਂ ਲਿਆਉਣ ਲਈ, ਰੇਲਵੇ ਸਟੇਸ਼ਨ 'ਤੇ ਛੱਡਣ ਲਈ ਬਾਬਿਆਂ ਵੱਲੋਂ ਗੱਡੀਆਂ ਦਾ ਪ੍ਰਬੰਧ ਹੈ। ਇਹ ਉਹ ਕਰੌਂਦੇ ਦਾ ਬੂਟਾ ਹੈ ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਾਤਨ ਤੋਂ ਫੁੱਟ ਕੇ ਐਡਾ ਬੂਟਾ ਬਣਿਆ ਅਤੇ ਜ਼ਿਆਦਾਤਰ ਪੰਜਾਬ 'ਚੋਂ ਜਾਣ ਵਾਲੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਕੰਗਣ ਘਾਟ ਸਾਹਿਬ, ਜੋ ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਬਿਲਕੁਲ ਥੋੜ੍ਹੀ ਦੂਰੀ 'ਤੇ ਹੈ। ਸੰਗਤਾਂ ਪੈਦਲ ਚੱਲ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਇਹ ਗੁਰਦੁਆਰਾ ਸਾਹਿਬ ਗੰਗਾ ਨਦੀ ਦੇ ਬਿਲਕੁਲ ਕਿਨਾਰੇ 'ਤੇ ਬਣਿਆ ਹੋਇਆ ਹੈ ਅਤੇ ਸੰਗਤਾਂ ਜਿੱਥੇ ਗੰਗਾ ਨਦੀ 'ਤੇ ਪਹੁੰਚਦੀਆਂ ਹਨ, ਉਸ ਦੇ ਬਿਲਕੁਲ ਨਾਲ ਗੁਰਦੁਆਰਾ ਸ਼੍ਰੀ ਕੰਗਣ ਘਾਟ ਸਾਹਿਬ, ਉਸ ਦੇ ਦਰਸ਼ਨ ਕਰਦੀਆਂ ਹਨ। ਇੱਥੇ ਗ੍ਰੰਥੀ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜਿਹੜਾ ਉਹ ਦੱਸਿਆ ਜਾਂਦਾ ਹੈ। ਮਾਰਦੇ ਕੜਾਈ ਕੜਾ ਨਿਕਲਦੇ ਨੇ, ਪੂਰਾ ਗੰਗਾ ਜੀ ਕੜੇ ਨਾਲ ਭਰਿਆ ਰਹਿੰਦਾ ਹੈ। ਮਹਾਰਾਜ ਜੀ ਮੁਸਕਰਾਉਂਦੇ, ਦੋਤੀ ਆਵਾਜ਼ ਨਾਲ ਬੋਲਦੇ, ਮਾਤਾ ਜੀ ਤੁਸੀਂ ਆਪਣਾ ਹੀ ਕੜਾ ਪਛਾਣਿਓ, ਦੂਜਾ ਕੜਾ ਨਾ ਛੇੜਿਓ। ਇਹ ਸਾਜੂ ਦਾ ਖਜ਼ਾਨਾ ਪਿਆ ਹੈ, ਸਾਰੇ ਸੰਗਤਾਂ ਦੇ ਝੋਲੀਆਂ 'ਚ ਪੈਣਾ ਵਾ, ਤਾਂ ਸਾਨੂੰ ਝੋਲੀਆਂ 'ਚ ਕੜੇ ਦੀ ਦਾਤ ਮਿਲਦੀ ਹੈ।
ਇਹ ਕੌਤਕ ਵੇਖ ਕੇ ਡੋਬੇ ਵੀ ਹੈਰਾਨ, ਮਾਤਾ ਘਟ ਹੋ ਗਿਆ। ਬਾਹਰ ਜਿਹੜਾ ਤੁਸੀਂ ਮੰਦਰ ਵੇਖ ਰਹੇ ਹੋ ਜਿੱਥੇ ਪੰਡਤ ਬੈਠਾ ਹੈ, ਉਹ ਸਿੱਧਕ ਪੰਡਤ ਦਾ ਮੰਦਰ ਹੈ। ਇਹ ਰਾਮ ਭਗਵਾਨ ਦਾ ਪੁਜਾਰੀ ਸੀ। ਇਹ ਬਹੁਤ ਬਜ਼ੁਰਗ ਸੀ। ਇਹਨਾਂ ਦਾ ਭਾਵਨਾ ਸੀ ਕਿ ਮਰਨ ਤੋਂ ਪਹਿਲੇ ਰਾਮ ਜੀ ਦਾ ਦਰਸ਼ਨ ਹੋ ਜਾਏ। ਪਿੱਤਲ ਦੇ ਥਾਲ ਲੱਡੂ ਭਰ ਕੇ ਰਾਮ ਭਗਵਾਨ ਦੇ ਮੂਰਤੀ ਸਾਹਮਣੇ ਰੱਖ ਕੇ ਪਕਾੜਦੇ ਸੀ। ਰਾਮ ਜੀ ਭੋਗ ਲਗਾਓ, ਰਾਮ ਜੀ ਪ੍ਰਸ਼ਾਦ ਨੂੰ ਛਕੋ, ਰਾਮ ਜੀ ਖਾ ਲਓ। ਇਹਨੇ 5-6 ਲੱਡੂ ਲੈ ਕੇ ਦੌੜ ਜਾਂਦੇ ਨੇ। ਰੋਜ਼ ਵੇਖਾ ਲੱਡੂ ਘੁੱਟ ਕੇ ਖਿਲੜ ਜਾਂਦੇ ਸੀ। ਇੱਕ ਦਿਨ ਪੰਡਤ ਜੀ ਨੇ ਵੇਖਿਆ ਕਿ ਜਵਾਕ ਬੱਚਾ ਮੇਰਾ ਪ੍ਰਸ਼ਾਦ ਨੂੰ ਛਕ ਲੈਂਦਾ ਹੈ, ਝੂਠਾ ਕਰ ਦਿੰਦਾ ਹੈ। ਇਹਨਾਂ ਨੇ ਜਾ ਕੇ ਮਾਤਾ ਜੀ ਨੂੰ ਸ਼ਿਕਾਇਤ ਕਰ ਦਿੰਦੇ ਨੇ। ਜਦੋਂ ਮਹਾਰਾਜ ਜੀ ਖੇਲ ਕੇ ਘਰ ਪਹੁੰਚਦੇ ਨੇ, ਮਾਂ ਬੋਲਦੀ ਬੇਟਾ ਤੁਸੀਂ ਬਜ਼ੁਰਗਾਂ ਨੂੰ ਕਿਉਂ ਤੰਗ ਕਰਦੇ ਹੋ, ਪੁਜਾਰੀ ਜੀ ਨੂੰ ਕਿਉਂ ਸਤਾਉਂਦੇ ਹੋ? ਕਹਿੰਦੇ ਮਾਂ ਮੈਂ ਹੀ ਤਾਂ ਰਾਮ ਹਾਂ। ਬਾਬਾ ਜੀ ਬਾਰ-ਬਾਰ ਨੂੰ ਪੁਕਾਰਦੇ ਨੇ, ਰਾਮ ਜੀ ਭੋਗ ਲਗਾਓ, ਰਾਮ ਜੀ ਪ੍ਰਸਾਦ ਨੂੰ ਛਕੋ, ਰਾਮ ਜੀ ਖਾ ਲਓ। ਮੈਂ ਜਾ ਕੇ ਖਾ ਜਾਂਦਾ ਵਾਂ। ਭਗਤਾਂ ਦਾ ਅਰਦਾਸ ਪ੍ਰਵਾਨ ਕਰਨਾ ਪੈਂਦਾ ਹੈ। ਮਾਂ ਬੱਚੇ ਨੂੰ ਜਾਣਦੀ ਤੇ ਸਮਝਾਉਂਦੀ ਹੈ, ਬੇਟਾ ਤੁਸੀਂ ਬਜ਼ੁਰਗਾਂ ਨਾਲ ਚੜ੍ਹਨ ਤੋਂ ਪਹਿਲੇ ਪ੍ਰਸਾਦ ਝੂਠਾ ਕਰ ਦਿੰਦੇ ਹੋ, ਛਕ ਲੈਂਦੇ ਹੋ। ਕਹਿੰਦੇ ਬਾਬਾ ਜੀ ਮੈਂ ਹੀ ਤਾਂ ਰਾਮ ਹਾਂ। ਕਹਿੰਦੇ ਬੇਟਾ ਆਪ ਰਾਮ ਹੋ, ਮੈਨੂੰ ਰਾਮ ਭਗਵਾਨ ਬਣ ਕੇ ਦਰਸ਼ਨ ਦਿਓ। ਫਿਰ ਮਹਾਰਾਜ ਜੀ ਚਲੇ ਜਾਂਦੇ ਨੇ। ਖੇਡਣ ਬੱਚੇ ਸੀ। ਦੂਜੇ ਤੀਜੇ ਦਿਨ ਖੇਡਣ ਆਉਂਦੇ ਨੇ। ਪੰਡਤ ਜੀ ਬਹਿ ਕੇ ਤਪੱਸਿਆ ਕਰਦੇ ਰਹਿੰਦੇ ਨੇ। ਕਹਿੰਦੇ ਬਾਬਾ ਜੀ ਅੱਖ ਖੋਲੋ। ਅੱਖ ਖੋਲਦੇ ਨੇ, ਮਹਾਰਾਜ ਜੀ ਰਾਮ ਭਗਵਾਨ ਜੀ ਬਣੇ ਹੁੰਦੇ ਨੇ। ਅੱਗੇ ਫੋਟੋ ਲੱਗੀ ਹੋਈ ਹੈ। ਰਾਮ ਭਗਵਾਨ ਜੀ ਮਾਰ ਦਾ ਚਰਨ ਫੜ ਲੈਂਦੇ, ਮਹਾਰਾਜ ਉਧਾਰ ਕਰੋ, ਮੁਕਤੀ ਕਰੋ, ਮੈਨੂੰ ਚਰਨੀ ਲਾ ਲਓ। ਮਾਂ ਜੀ ਨੂੰ ਚਰਨੀ ਲਾ ਲੈਂਦੇ ਨੇ। ਪਟਨਾ ਦੇ ਧਰਤੀ 'ਚ ਮਹਾਰਾਜ 7 ਸਾਲ ਤੱਕ ਰਹਿੰਦੇ ਨੇ। ਜਦੋਂ ਪਟਨਾ ਛੋੜ ਕੇ ਚਲੇ ਜਾਂਦੇ ਨੇ, ਇਨਸਾਨ ਅਨੰਦਪੁਰ ਸਾਹਿਬ ਤੇ ਆਉਂਦੇ ਨੇ। ਸਾਲ ਮੇਂ ਇੱਕ ਦਿਨ ਵਾਸਤੇ ਗੰਗਾ ਮਾਤਾ ਕੰਨ ਨੂੰ ਪੈਰ ਛੂਣਾ ਹੁੰਦੀ ਹੈ। ਸਾਵਣ ਭਾਦੋ ਤੇ ਗੰਗਾ ਚੜ੍ਹਦੀ ਹੈ। ਰਾਜੀ ਖੁਸ਼ੀ ਨਾਲ ਯਾਤਰਾ ਕਰਦੇ ਆਇਓ। ਰਾਜੀ ਖੁਸ਼ੀ ਨਾਲ ਪਰਮਾਤਮਾ ਘਰ ਭੇਜਣ। ਸਾਰੇ ਸੰਗਤ ਖੜੇ ਹੋ ਜਾ, ਅਰਦਾਸ ਕਰ।